फर्स्ट क्वेश्चन कॉमनेस्ट कॉज ऑफ ब्लाइंडनेस इन इंडिया इज, सब तो कॉमन कॉज केड़ा ब्लाइंडनेस दा इंडिया दे विच उन्होंने पूछया। सो फर्स्ट हैगा कैटारैक्ट, बी ग्लाउकोमा, सी ट्रैकोमा, ऑप्शन डी विटामिन ए डेफिशिएंसी। सो ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੌਮਨੈਸਟ ਕੌਜ਼ ਕਿਹੜਾ ਹੁੰਦਾ ਬਲਾਈਂਡਨੈਸ ਦਾ। ਕੌਮਨੈਸਟ ਕੌਜ਼ ਹੁੰਦਾ ਜਿਹੜਾ ਉਹ ਕੈਟਾਰੈਕਟ ਹੁੰਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਮੋਤੀਆ ਕਹਿੰਦੇ ਆ। ਸੋ ਜਿਹੜਾ ਇੰਡੀਆ ਦੇ ਵਿੱਚ ਬਲਾਈਂਡਨੈਸ ਦਾ ਕਾਮਨ ਕੌਜ਼ ਆ ਉਹ ਕੈਟਰੈਕਟ ਹੁੰਦਾ, ਤੇ ਜਿਹੜਾ ਚਿਲਡਰਨ ਦੇ ਵਿੱਚ ਹੈਗਾ ਉਹ ਵਿਟਾਮਿਨ ਏ ਕਰਕੇ ਹੁੰਦਾ। ਮੋਸਟ ਕਾਜ਼ਨ ਕੌਜ਼ ਆਫ ਬਲਾਈਂਡਨੈਸ ਇਨ ਇੰਡੀਆ ਉਹ ਚਿਲਡਰਨ ਕਰਕੇ ਹੁੰਦਾ, ਵਿਟਾਮਿਨ ਏ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਨੰਬਰ ਸੈਕੰਡ। ਕੁਐਸਚਨ ਨੰਬਰ ਸੈਕੰਡ ਦੇ ਵਿੱਚ ਹੈਗਾ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਇਨ ਇੰਡੀਆ ਵਾਜ਼ ਇੰਟਰੋਡਿਊਸਡ ਇਨ। ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਇੰਡੀਆ ਦੇ ਵਿੱਚ ਕਦੋਂ ਇੰਟਰੋਡਿਊਸ ਹੋਇਆ ਸੀਗਾ? ਆਪਸ਼ਨਸ ਨੇ 1968, 1978, 1985 ਐਂਡ 1975। ਸੋ ਇਹਦਾ ਰਾਈਟ ਆਨਸਰ ਹੈਗਾ 1985। 1985 ਦੇ ਵਿੱਚ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਸੀ ਉਹ ਇੰਟਰੋਡਿਊਸ ਕੀਤਾ ਗਿਆ ਸੀਗਾ। ਨੈਕਸਟ ਕੁਐਸਚਨ ਨੰਬਰ ਥਰਡ। ਕੁਐਸਚਨ ਨੰਬਰ ਥਰਡ ਹੈਗਾ a client who has been psychiatric unit for several weeks continuing talks about delusion material, what response by the nurses? a client ਆ psychiatric unit ਦੇ ਵਿੱਚ ਐਡਮਿਟ ਹੋਇਆ ਕਈ ਵੀਕਸ ਤੋਂ ਕੰਟੀਨਿਊ ਟਾਕ ਕਰ ਰਿਹਾ delusion material ਦੇ ਰਿਗਾਰਡਿੰਗ, ਤਾਂ ਇੱਕ ਨਰਸ ਦਾ ਕੀ ਰਿਸਪੌਂਸ ਹੋਊਗਾ? ਆਪਸ਼ਨਸ ਨੇ ask the patient to explain the delusion, B encourage the client to focus on reality issue, explain to the client why the thoughts are true। ਸੋ ਇਹਦੇ ਵਿੱਚ ਡਿਲੂਜ਼ਨਸ ਵਾਲਾ ਪੇਸ਼ੈਂਟ ਆ ਤੋ ਕਈ ਵੀਕਸ ਤੋਂ ਐਡਮਿਟ ਆ, ਦੈਨ ਆਪਾਂ ਇੱਕ ਨਰਸ ਦੀ ਕੀ ਰਿਸਪੌਂਸਿਬਿਲਿਟੀ ਹੋਊਗੀ, ਕੀ ਉਹਨੂੰ ਆਪਾਂ ਮੈਨੇਜ ਕਰਨ ਲਈ ਕਹਾਂਗੇ? ਸੋ ਇਹਦਾ ਰਾਈਟ ਆਨਸਰ ਹੋਊਗਾ ਇਨਕਰੇਜ ਦਾ ਪੇਸ਼ੈਂਟ ਟੂ ਫੋਕਸ ਔਨ ਦਾ ਰਿਐਲਿਟੀ ਇਸ਼ੂ। ਡਿਲੂਜ਼ਨ ਵਾਲੇ ਪੇਸ਼ੈਂਟ ਨੂੰ ਆਪਾਂ ਰਿਐਲਿਟੀ ਬਾਰੇ ਦੱਸਾਂਗੇ ਵੀ ਆਹ ਚੀਜ਼ ਹੈਗੀ ਜਾਂ ਨਹੀਂ ਹੈਗੀ। ਸੋ ਇਹ ਇਹਦਾ ਰਾਈਟ ਆਨਸਰ ਆ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ ਨੰਬਰ 3 ਸੌਰੀ ਕੁਐਸਚਨ ਨੰਬਰ 4th। ਕੁਐਸਚਨ ਨੰਬਰ 4th ਦੇ ਵਿੱਚ ਹੈਗਾ a client has been taking imipramine tofranil for his depression for 2 days। ਆ ਕਲਾਇੰਟ ਆ ਇੰਪੀਪ੍ਰਾਈਨ ਟੋਫਰਾਨਿਲ ਲੈ ਰਿਹਾ 2 ਦਿਨਾਂ ਤੋਂ ਡਿਪਰੈਸ਼ਨ ਦੇ ਵਿੱਚ ਆ। ਹਿਸ ਸਿਸਟਰ ਆਸਕ ਦਾ ਨਰਸ, ਸਿਸਟਰ ਨਰਸ ਤੋਂ ਪੁੱਛ ਰਹੀ ਆ ਵਾਈ ਹੀ ਇਜ਼ ਸਟਿਲ ਸੋ ਡਿਪਰੈਸਡ, ਵਿਚ ਆਫ ਦਾ ਫੋਲੋਇੰਗ ਰਿਸਪੌਂਸ ਬਾਈ ਦਾ ਨਰਸ ਇਜ਼ ਸੋ ਐਪਰੋਪਰੀਏਟ। ਵੀ ਇਹ ਸਟਿਲ ਡਿਪਰੈਸ ਹੀ ਆ ਤਾਂ ਇੱਕ ਨਰਸ ਦਾ ਕੀ ਰਿਸਪੌਂਸ ਹੋਊਗਾ? ਆਪਸ਼ਨਸ ਨੇ ਆਈ ਵਿਲ ਬੀ ਸ਼ੋਰ ਟੂ ਕਨਵੇ ਯੂਅਰ ਕੰਸਰਨ ਟੂ ਹਿਜ਼ ਫਿਜ਼ੀਸ਼ੀਅਨ, ਤਾਂ ਉਹ ਨਰਸ ਕਹਿ ਰਹੀ ਆ ਵੀ ਮੈਂ ਤੁਹਾਡਾ ਡਾਕਟਰ ਜਦੋਂ ਆਉਣਗੇ ਤਾਂ ਤੁਹਾਡਾ ਜਿਹੜਾ ਕੰਸਰਨ ਆ ਉਹ ਕਨਵੇ ਕਰ ਦੂੰਗੀ। ਆਪਸ਼ਨ ਬੀ ਇਟ ਟੇਕਸ 2 to 4 weeks for the drug is to reach its full effect। 2 ਤੋਂ 4 ਹਫ਼ਤੇ ਲੱਗਣਗੇ ਡਰੱਗ ਨੂੰ ਫੁੱਲੀ ਇਫੈਕਟ ਜਦੋਂ ਦੇਖਣ ਨੂੰ ਮਿਲੂਗਾ। ਆਪਸ਼ਨ ਸੀ ਪਰਹੈਪਸ ਵੀ ਨੀਡ ਟੂ ਚੇਂਜ ਹਿਜ਼ ਮੈਡੀਕੇਸ਼ਨ, ਜਾਂ ਫਿਰ ਉਹ ਚੇਂਜ ਕਰ ਦੇਣਗੇ ਮੈਡੀਸਨ। ਸੋ ਇਸ ਦਾ ਰਾਈਟ ਆਨਸਰ ਤੁਹਾਨੂੰ ਪਤਾ ਹੀ ਆ ਵੀ ਇਟ ਟੇਕਸ 2 to 4 weeks for the drug to reach its full effect। ਆਪਸ਼ਨ ਏ ਨਹੀਂ ਹੋ ਸਕਦਾ ਕਿਉਂਕਿ ਜਦ ਤੱਕ ਉਹ ਇੰਨਾ ਵੇਟ ਨਹੀਂ ਕਰ ਸਕਦੇ ਹੈਗੇ ਤਾਂ ਨਰਸ ਇਹ ਮੈਡੀਸਨ ਆ ਜਿਹੜੀ ਇਹ ਤੋਂ 2 to 4 weeks ਲੱਗਦੇ ਆ। ਸੋ ਫੁੱਲੀ ਇਫੈਕਟ ਹੌਲੀ ਹੌਲੀ ਦਿਖਾਊਗੀ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਨੰਬਰ 5th। ਕੁਐਸਚਨ ਨੰਬਰ 5th ਦੇ ਵਿੱਚ ਹੈਗਾ ਨਿਊਰਲ ਟਿਊਬ ਡਿਫੈਕਟ ਕੈਨ ਬੀ ਪ੍ਰੀਵੈਂਟਡ ਬਾਈ ਗਿਵਿੰਗ ਮਦਰਸ। ਨਿਊਰਲ ਟਿਊਬ ਡਿਫੈਕਟ ਬਾਈ ਗਿਵਿੰਗ ਮਦਰਸ ਤੋਂ ਕਿਉਂ ਪ੍ਰੀਵੈਂਟ ਕਰਨੀ ਚਾਹੀਦੀ ਆ? ਬੀ ਏ ਆਪਸ਼ਨ ਨੰਬਰ ਏ ਆਇਰਨ, ਆਪਸ਼ਨ ਬੀ ਗ੍ਰੀਨ ਵੈਜੀਟੇਬਲਸ, ਆਪਸ਼ਨ ਸੀ ਫੋਲਿਕ ਐਸਿਡ, ਆਪਸ਼ਨ ਡੀ ਗ੍ਰੀਨ ਵੈਜੀਟੇਬਲਸ। ਸੋ ਇਹਦਾ ਰਾਈਟ ਆਨਸਰ ਹੈਗਾ ਕੁਐਸਚਨ ਨੰਬਰ 5th ਦਾ ਫੋਲਿਕ ਐਸਿਡ। ਫੋਲਿਕ ਐਸਿਡ ਨੂੰ ਵਿਟਾਮਿਨ ਬੀ ਵਾਟਰ ਸੋਲੂਬਲ ਵੀ ਕਿਹਾ ਜਾਂਦਾ। ਸੋ ਫੋਲਿਕ ਐਸਿਡ ਪ੍ਰੀਵੈਂਟ ਕਰਨੀਆਂ ਚਾਹੀਦੀਆਂ ਨੇ ਗਿਵਿੰਗ ਮਦਰਸ ਤੋਂ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਨੰਬਰ 6th ਦੇ ਵਿੱਚ ਹੈਗਾ ਦਾ ਮੋਸਟ ਕਾਮਨ ਸਿੰਪਟਮਸ ਆਫ ਫੂਡ ਬੋਰਨ ਇਲਨੈਸ। ਸਭ ਤੋਂ ਜ਼ਿਆਦਾ ਮੋਸਟ ਕਾਮਨ ਸਿੰਪਟਮਸ ਕਿਹੜੇ ਨੇ ਜਦੋਂ ਆਪਾਂ ਕੋਈ ਬਾਹਰਲੀ ਚੀਜ਼ ਖਾ ਲੈਂਦੇ ਆ?
ਤਾਂ ਉਹਦੇ ਕਰਕੇ ਆਪਾਂ ਨੂੰ ਕਿਹੜੇ ਸਾਈਨ ਸਿੰਪਟਮਸ ਨੇ ਜਿਹੜੇ ਨਜ਼ਰ ਆਉਂਦੇ ਨੇ। ਆਪਸ਼ਨਸ ਨੇ ਆਪਸ਼ਨ ਏ ਕਿਡਨੀ ਫੇਲੀਅਰ, ਆਪਸ਼ਨ ਬੀ ਡਾਇਰੀਆ, ਆਪਸ਼ਨ ਸੀ ਸਕਿਨ ਰੈਸ਼ਿਸ, ਆਪਸ਼ਨ ਡੀ ਹੈਡੇਕਸ। ਤੋਂ ਸਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਜਦੋਂ ਫੂਡ ਪੋਇਜ਼ਨਿੰਗ ਹੋ ਜਾਂਦੀ ਆ ਤਾਂ ਇੱਕ ਪਰਸਨ ਨੂੰ ਕੰਟੈਮੀਨੇਟਡ ਫੂਡ ਖਾ ਲੈਂਦਾ ਤਾਂ ਡਾਇਰੀਆ ਵੋਮਿਟਿੰਗ ਉਹਦੇ ਮੇਨ ਸਿੰਪਟਮਸ ਹੁੰਦੇ ਨੇ। ਸੋ ਖਰਾਬ ਖਾਣਾ ਖਾਣ ਨਾਲ ਆਪਾਂ ਨੂੰ ਡਾਇਰੀਆ, ਆਪਸ਼ਨ ਬੀ ਡਾਇਰੀਆ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਨੰਬਰ 7। ਕੁਐਸਚਨ ਨੰਬਰ 7 ਦੇ ਵਿੱਚ ਹੈਗਾ ਦਾ ਬ੍ਰੈਸਟ ਫੀਡਿੰਗ ਇਜ਼ ਨਾਟ ਰეკਮੈਂਡ ਫॉर ਮਦਰਸ ਹੂ ਹੈਵ। ਕਿਹੜੀਆਂ ਮਦਰਸ ਨੂੰ ਬ੍ਰੈਸਟ ਫੀਡਿੰਗ ਨਹੀਂ ਰეკਮੈਂਡ ਕਰਨੀ ਚਾਹੀਦੀ, ਜੇ ਮਦਰ ਆ ਤਾਂ ਉਹਨੂੰ ਕੀ ਹੋਇਆ ਹੋਵੇ। ਆਪਸ਼ਨਸ ਨੇ ਆਪਸ਼ਨ ਏ ਹੈਪੇਟਾਈਟਸ ਸੀ, ਆਪਸ਼ਨ ਬੀ ਟਿਊਬਰਕਲੋਸਿਸ, ਆਪਸ਼ਨ ਸੀ ਡਾਇਬੀਟਿਸ ਐਂਡ ਆਪਸ਼ਨ ਡੀ HIV। ਸੋ HIV ਇਜ਼ ਦਾ ਰਾਈਟ ਆਨਸਰ। HIV ਦੇ ਵਿੱਚ ਬ੍ਰੈਸਟ ਫੀਡ ਇੱਕ ਮਦਰ ਨੂੰ ਆਪਦੇ ਬੇਬੀ ਨੂੰ ਨਹੀਂ ਦੇਣੀ ਚਾਹੀਦੀ ਹੈਗੀ। HIV ਕਰਕੇ, ਹੈਪੇਟਾਈਟਸ B ਕਰਕੇ ਜਾਂ ਕ੍ਰੈਕਲਡ ਨਿਪਲਸ ਹੋਣ ਤਾਂ ਬ੍ਰੈਸਟ ਫੀਡਿੰਗ ਰეკਮੈਂਡ ਨਹੀਂ ਕੀਤੀ ਜਾਂਦੀ ਮਦਰਸ ਨੂੰ। ਓਕੇ, ਸੋ ਨੈਕਸਟ ਕੁਐਸਚਨ ਨੰਬਰ 8। ਕੁਐਸਚਨ 8 ਹੈਗਾ ਆਇਡੈਂਟੀਫਾਈ ਦਾ ਕੈਲਸ਼ੀਅਮ ਚੈਨਲ ਬਲੌਕਰ ਫਰੋਮ ਦਾ ਫੋਲੋਇੰਗ। ਇਹਨਾਂ ਚੋਂ ਆਇਡੈਂਟੀਫਾਈ ਕਰਨਾ ਕਿਹੜਾ ਕੈਲਸ਼ੀਅਮ ਚੈਨਲ ਬਲੌਕਰ ਆ। ਸੋ ਆਪਸ਼ਨਸ ਨੇ ਨਿਫਿਡਾਪਾਈਨ, ਆਪਸ਼ਨ ਬੀ ਐਟਾਨੋਲ, ਆਪਸ਼ਨ ਸੀ ਲੈਜ਼ਿਕਸ, ਆਪਸ਼ਨ ਡੀ ਮੈਨੀਟੋਲ। ਸੋ ਇਹਦਾ ਰਾਈਟ ਆਨਸਰ ਕੀ ਹੋਊਗਾ? ਆਪਸ਼ਨ ਨੰਬਰ ਏ ਨਿਫਿਡਾਪਾਈਨ ਇਜ਼ ਦਾ ਰਾਈਟ ਆਨਸਰ। ਨਿਫਿਡਾਪਾਈਨ ਕੀ ਆ? ਕੈਲਸ਼ੀਅਮ ਚੈਨਲ ਬਲੌਕਰ। ਸੋ ਐਟੀਨੋਨੋਲ ਨਾਲ ਜਿਹੜੀ ਬੀਟਾ ਬਲੌਕਰ ਆ, ਲੈਜ਼ਿਕ ਐਂਡ ਮੈਨੀਟੋਲ ਡਾਇਊਰੈਟਿਕ ਮੈਡੀਸਿਨਸ ਦੇ ਵਿੱਚ ਆ ਜਾਂਦੇ ਆ, ਡਾਇਊਰੈਟਿਕ ਮੈਡੀਸਿਨਸ 'ਚ ਆ ਜਾਂਦੇ ਆ। ਐਟੀਨੋਲੋਲ ਬੀਟਾ ਬਲੌਕਰ ਆ ਜਾਂਦੀ ਆ ਤੇ ਨਿਫਿਡਾਪਾਈਨ ਇਜ਼ ਅ ਕੈਲਸ਼ੀਅਮ ਚੈਨਲ ਬਲੌਕਰ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। Next question number 9. The nurse is caring for a client with a malignancy. The classification of the primary tumor is TIS. A nurse plans to care for the tumor. So malignancy ਲਈ ਕੇਅਰ ਕਰ ਰਹੀ ਆ ਕਲਾਇੰਟ ਦੀ ਨਰਸ। ਸੋ ਇੱਕ ਪ੍ਰਾਇਮਰੀ ਟਿਊਮਰ ਆ TIS ਵਿੱਚ ਕੀਤਾ ਹੋਇਆ ਤਾਂ ਕਿਹੜੀ ਕੇਅਰ ਪ੍ਰੋਵਾਈਡ ਕਰੂਗੀ ਇੱਕ ਕੈਂਸਰ ਵਾਲੇ ਟਿਊਮਰ ਵਾਲੇ ਪੇਸ਼ੈਂਟ ਨੂੰ। ਆਪਸ਼ਨਸ ਨੇ ਡੈਟ ਕੈਨ ਨਾਟ ਬੀ ਅਸੈਸਡ, this is an C2 with an increasing lymph node involvement with distant metastasis. So ਇਹਦਾ right answer ਹੋਊਗਾ this is in a C2. This is a in C2 means ਜਿਹੜਾ ਟਿਊਮਰ ਆ ਉਹ ਆਪਦੀ ਉਹੀ ਕੈਂਸਰ ਪ੍ਰਾਇਮਰੀ ਪੋਜੀਸ਼ਨ ਤੇ ਹੀ ਮੌਜੂਦ ਆ, ਹੋਰ ਕਿਤੇ ਇੱਧਰ ਉੱਧਰ ਨਹੀਂ ਹਿੱਲਿਆ। ਸੋ ਉਹਦੇ ਵਿੱਚ ਰਿਗਾਰਡਿੰਗ SITU C2 ਹੁੰਦਾ ਵਾ ਇਹਦਾ ਆਨਸਰ। ਨੈਕਸਟ ਕੁਐਸਚਨ ਨੰਬਰ 10 ਦੇ ਵਿੱਚ ਕੁਐਸਚਨ ਨੰਬਰ 10 ਚ ਹਾਊ ਮੈਨੀ ਕੈਲੋਰੀਜ਼ ਆਰ ਰეკਮੈਂਡ ਫॉर ਬ੍ਰੈਸਟ ਫੀਡਿੰਗ ਮਦਰਸ। ਕਿੰਨੀਆਂ ਕੈਲੋਰੀਜ਼ ਰეკਮੈਂਡ ਕਰਨੀਆਂ ਚਾਹੀਦੀਆਂ ਨੇ ਇੱਕ ਬ੍ਰੈਸਟ ਫੀਡਿੰਗ ਮਦਰਸ ਨੂੰ। ਆਪਸ਼ਨ ਏ 2500, ਆਪਸ਼ਨ ਬੀ 3000, ਆਪਸ਼ਨ ਸੀ 2000, ਆਪਸ਼ਨ ਡੀ 1500। ਸੋ ਇਹਦੇ ਵਿੱਚ ਆਪਾਂ ਦੇਖ ਲੈਂਦੇ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। 2500 ਕੈਲੋਰੀਜ਼ ਰეკਮੈਂਡ ਕਰਨੀ ਚਾਹੀਦੀ ਆ। 300 ਕੈਲੋਰੀਜ਼ ਨੇ ਜਿਹੜੀਆਂ ਉਹ ਐਕਸਟਰਾ ਚਾਹੀਦੀਆਂ ਹੁੰਦੀਆਂ ਨੇ ਇੱਕ ਪ੍ਰੈਗਨੈਂਟ ਵੂਮਨ ਨੂੰ, ਤੇ ਬ੍ਰੈਸਟ ਫੀਡ ਨੂੰ 500 ਕੈਲੋਰੀਜ਼ ਜ਼ਿਆਦਾ ਚਾਹੀਦੀਆਂ ਹੁੰਦੀਆਂ ਨੇ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਬਹੁਤ ਇੰਪੋਰਟੈਂਟ ਕੁਐਸਚਨ ਸੀਗਾ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਮ ਮਦਰ ਨੂੰ ਜਾਂ ਪ੍ਰੈਗਨੈਂਟ ਵੂਮਨ ਨੂੰ ਕਿੰਨੀਆਂ ਕੈਲੋਰੀਜ਼ ਰეკਮੈਂਡ ਕਰਨਾ ਚਾਹੀਦਾ। ਨੈਕਸਟ ਕੁਐਸਚਨ ਨੰਬਰ 11। ਕੁਐਸਚਨ ਨੰਬਰ 11 ਦੇ ਵਿੱਚ ਹੈਗਾ ਪੇਸ਼ੈਂਟ ਸਫਰਿੰਗ ਵਿਦ ਹਾਈ ਬਲੱਡ ਪ੍ਰੈਸ਼ਰ ਵਿਚ ਡਾਈਟ ਸ਼ੁੱਡ ਬੀ ਗਿਵਨ। ਇੱਕ ਪੇਸ਼ੈਂਟ ਆ ਬਲੱਡ ਪ੍ਰੈਸ਼ਰ ਆ ਤਾਂ ਉਹਨੂੰ ਆਪਾਂ ਕਿਹੜੀ ਡਾਈਟ ਪ੍ਰਿਸਕ੍ਰਾਈਬ ਕਰਾਂਗੇ? ਹਾਈ ਪ੍ਰੋਟੀਨ ਡਾਈਟ, ਲੈਸ ਡਾਈਟ, ਫਾਈਬਰ ਡਾਈਟ, ਲੈਸ ਸੋਡੀਅਮ ਡਾਈਟ, ਲੈਸ ਸੈਚੂਰੇਟਡ ਫੈਟੀ ਐਸਿਡਸ ਡਾਈਟ। ਸੋ ਇਹ ਬਹੁਤ ਈਜ਼ੀ ਕੁਐਸਚਨ ਆ। ਜਿਹਨੂੰ ਹਾਈਪਰਟੈਂਸ਼ਨ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਵੇ ਪੇਸ਼ੈਂਟ ਨੂੰ ਤਾਂ ਉਹਨੂੰ ਲੈਸ ਸੋਡੀਅਮ ਡਾਈਟ ਲੈਣੀ ਚਾਹੀਦੀ ਆ। ਖਾਣ ਦੇ ਵਿੱਚ ਨਮਕ ਵਗੈਰਾ ਘੱਟ ਲੈਣਾ ਚਾਹੀਦਾ। ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਲੈਸ ਸੋਡੀਅਮ ਡਾਈਟ ਆਫ ਪੇਸ਼ੈਂਟ ਆਫ ਹਾਈ ਬਲੱਡ ਪ੍ਰੈਸ਼ਰ। ਨੈਕਸਟ ਮੂਵ ਟੂ ਦਾ ਕੁਐਸਚਨ ਨੰਬਰ 12। ਕੁਐਸਚਨ ਨੰਬਰ 12 ਦੇ ਵਿੱਚ ਕਹਿ ਰਹੇ ਨੇ ਨੰਬਰ ਆਫ ਟੈਂਪਰੇਰੀ ਟੀਥ ਇਨ ਅ ਚਿਲਡਰਨ ਇਜ਼। ਟੈਂਪਰੇਰੀ ਟੀਥ ਕਿੰਨੇ ਹੁੰਦੇ ਨੇ ਇੱਕ ਚਿਲਡਰਨ ਦੇ ਵਿੱਚ? ਤਾਂ ਪਰਮਾਨੈਂਟ ਟੀਥ ਹੁੰਦੇ ਆ 32। ਸੋ ਟੈਂਪਰੇਰੀ ਟੀਥ ਹੁੰਦੇ ਨੇ 20। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ।
ਨੈਕਸਟ ਕੁਐਸਚਨ ਨੰਬਰ 13 ਕੁਐਸਚਨ ਨੰਬਰ 13 ਦੇ ਵਿੱਚ ਹੈਗਾ ਬੈਸਟ ਪੈਰਾਮੀਟਰ ਟੂ ਅਸੈਸ ਫਲੂਇਡ ਇਨਟੇਕ ਇਨ ਅ ਪੋਲੀਟ੍ਰੋਮਾ ਪੇਸ਼ੈਂਟ ਇਜ਼ ਬੈਸਟ ਪੈਰਾਮੀਟਰ ਚੈੱਕ ਕਰਨ ਲਈ ਅਸੈਸ ਫਲੂਇਡ ਇਨਟੇਕ ਚੈੱਕ ਕਰਨ ਲਈ ਤਾਂ ਪੋਲੀਟ੍ਰੋਮਾ ਪੇਸ਼ੈਂਟ ਆ ਆਪਾਂ ਕੀ ਦੇਖਾਂਗੇ ਯੂਰਿਨ ਆਊਟਪੁੱਟ ਬਲੱਡ ਪ੍ਰੈਸ਼ਰ ਪਲਸ ਨਨ ਆਫ ਦਾ ਅਬਵ ਸੋ ਇਹਦੇ ਵਿੱਚ ਆਪਾਂ ਪੇਸ਼ੈਂਟ ਦੀ ਯੂਰਿਨ ਆਊਟਪੁੱਟ ਦੇਖਾਂਗੇ option number A is the right answer urine output. Next question number 14 question number 14 ਦੇ ਵਿੱਚ ਹੈਗਾ which of the following hormones stimulate contraction of the uterus at the end of the pregnancy and stimulate milk from the mammary glands. Options ਨੇ oxytocin, B ACTH, C vasopressin, option D estrogen. ਸੋ ਇਹ ਕੁਐਸਚਨ ਵੀ ਬਹੁਤ ਵਾਰ ਰਿਪੀਟ ਹੋ ਚੁੱਕਿਆ ਸੋ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ A ਆਕਸੀਟੋਸਿਨ ਇੱਕ ਹਾਰਮੋਨ ਆ ਨਿਊਰੋਟ੍ਰਾਂਸਮਿਟਰ ਦੀ ਤਰ੍ਹਾਂ ਵੀ ਕੰਮ ਕਰਦਾ ਜਿਹੜਾ ਹਾਈਪੋਥੈਲੇਮਸ ਗਲੈਂਡ 'ਚ ਮੌਜੂਦ ਹੁੰਦਾ ਨਿਰਮਾਣ ਕਰਦਾ ਸੋ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ 15 ਐਂਡ ਲਾਸਟ ਕੁਐਸਚਨ ਆਫ ਦਿਸ ਵੀਡੀਓ ਇਜ਼ most important factor in management of shock most important factor ਕਿਹੜਾ ਹੋਊਗਾ ਸ਼ੌਕ ਦੇ ਲਈ blood pressure cardiac output central venous pressure rate cm2 h20 deficiency of effective circulation so ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ D deficiency of effective circulation ਬੋਡੀ ਦੇ ਵਿੱਚ ਬਲੱਡ ਦਾ ਫਲੂਇਡ ਬਹੁਤ ਜ਼ਿਆਦਾ ਘਟ ਜਾਂਦਾ ਵਾ ਸੋ ਡੈਫੀਸ਼ੀਐਂਸੀ ਆਫ ਇਫੈਕਟਿਵ ਸਰਕੂਲੇਸ਼ਨ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ ਸ਼ੌਕ ਦੇ ਵਿੱਚ ਸੋ ਇਹ ਅੱਜ ਦੇ ਆਪਾਂ ਵੀਡੀਓਜ਼ ਤੇ ਵੇ ਕੁਐਸਚਨ ਕੀਤੇ ਸੀ ਕੁਐਸਚਨ 15 ਸੀਗੇ ਸੋ ਸਾਰੇ ਕੁਐਸਚਨਸ ਤੁਹਾਡਾ ਵੀਡੀਓ ਪੂਰੀ ਦੇਖਣ ਲਈ ਸੋ ਬਹੁਤ ਬਹੁਤ ਥੈਂਕਸ ਆ ਤੇ ਬੈਸਟ ਆਫ ਲੱਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਓਕੇ ਥੈਂਕ ਯੂ